हालेलुया। ਤੁਸੀਂ ਸਾਰੇ ਬਲੈਸ ਹੋ ਯਿਸੂ ਦੇ ਨਾਮ ਦੇ ਵਿੱਚ। ਹਾਲੇਲੂਇਆ। ਸਿਰਫ ਕੈਸੂਅਲ ਤੋਂ ਲੱਗੇ ਰਹਿਣ ਦੋ ਕਿਉਂਕਿ ਬਾਕਸ ਬਹੁਤ ਜ਼ਿਆਦਾ ਕਰਨੇ। ਹਾਲੇਲੂਇਆ। ਤਿਆਰੋ ਵਚਨ ਸੁਣਨ ਦੇ ਲਈ। अगर वचन जो तुझे सुनने वाले अगर समझ गए और उन्होंने कंप्लीटली पूरा किया अपनी जिंदगियां दे विच इस धरती दी हर एक चीज तुहाडे कोल होई यीशु दे नाम दे विच। हालेलुया। आज मैं तुहानू दसदा अब्राहम स्पिरिचुअली फिजिकली और फाइनेंशियली ब्लेस क्यों किया गया। क्यों परमेश्वर ने अब्राहम नु हर हिस्से तो ब्लेस किया। आवाज आ रही पीछे तक बड़े ध्यान से सुनो। पीछे आवाज क्यों अब्राहम ने उन्होंने चार हिस्सों तो ब्लेस किया। कई बार की हुंदा कि बंदे दे कोल पैसा तेला बहुत हुंदा तो उहदे कोल औलाद नहीं हुंदी। कई बार की हुंदा बच्चे कोल बंदे कोल औलाद 4 5 7 बच्चे ने पर घर च गरीबी हुंदा कि नहीं था। पर जो अब्राहम नु पढ़दे हैं बाइबल च लिखिया परमेश्वर ने उन्हें सारे हिस्सों तो ब्लेस किया सीगा। फाइनेंशियली उहदे मुकाबले ते कोई नहीं। बहुत बहुत ज्यादा फाइनेंशियली पैसे दे विचों अमीर बंदा सीगा बाइबल दसदी है। फिजिकली ब्लेस सीगा। बिजनेस ओदे कोल सीगे। एक कमी सीगी परमेश्वर ने पुत्र भी उन्हें दिता। औलाद नहीं सीगी परमेश्वर ने उन्हें चीज ना ब्लेस किया। पर इन सारी चीज़ों के पीछे कारण की सीगा। कदों परमेश्वर एक इंसान को ब्लेस करता जब बताता है बाइबल दे विच पढ़ांगे। हालेलुया। ਆਪਾਂ ਸਾਰੇ ਜਾਣਦੇ ਅਬਰਾਹਮ ਨੂੰ ਬੱਚਾ ਕਿੰਨੇ ਟਾਈਮ ਮਿਲਿਆ ਸੀ 100 ਸਾਲ ਬਾਅਦ। ਕਿੰਨੇ ਟਾਈਮ ਬਾਅਦ 100 ਸਾਲ ਬਾਅਦ ਬੱਚਾ ਮਿਲਿਆ ਅਬਰਾਹਮ ਨੂੰ। ਹੁਣ ਬਾਈਬਲ ਚ ਲਿਖਿਆ ਪਰਮੇਸ਼ਵਰ ਜਲਸੀ ਕਰਦਾ ਹੈ। ਉਹ ਜਲਸੀ ਕਰਨ ਵਾਲਾ ਪਰਮੇਸ਼ਵਰ ਜਲਸੀ ਕਦੋਂ ਕਰਦਾ ਹੈ ਜਦੋਂ ਮਨੁੱਖ ਆਪਣੀ ਜ਼ਿੰਦਗੀ ਦਾ ਪਹਿਲਾ ਸਥਾਨ ਆਪਣੀ ਔਲਾਦ ਨੂੰ ਆਪਣੇ ਬਿਜ਼ਨਸ ਨੂੰ ਆਪਣੇ ਕੰਮ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਦਿੰਦਾ ਹੈ। ਹਾਲੇਲੂਇਆ। ਜਦੋਂ ਪਰਮੇਸ਼ਵਰ ਨੇ 100 ਸਾਲ ਬਾਅਦ ਅਬਰਾਹਮ ਨੂੰ ਪੁੱਤਰ ਦਿੱਤਾ ਤੇ ਪਰਮੇਸ਼ਵਰ ਨੇ ਅਬਰਾਹਮ ਨਾਲ ਗੱਲ ਕੀਤੀ। ਕਹਿੰਦਾ ਅਬਰਾਹਮ ਜਿਹੜਾ ਪੁੱਤਰ ਮੈਂ ਤੈਨੂੰ ਦਿੱਤਾ ਇਹਦੀ ਬਲੀ ਦੇ ਦੇ। ਕੀ ਦੇ ਦੇ? ਇਹਦੀ ਬਲੀ ਚੜਾ। बाइबल दसदे वचन पढ़ के देखो अब्राहम अपनी वाइफ दे कोल अपनी फैमिली दे कोल नहीं गया। बाइबल में लिखा अब्राहम कहंदा परमेश्वर मैं हाजिर हूं मैं तैयार हां जो तू कह रहा मैं करांगा। सुनो अब्राहम दी जिंदगी च अगर सब तो कोई कीमती ते बहुमूल्य चीज सीगी ओदा पुੱਤਰ ਸੀਗਾ। ਕਿਹੜੀ ਚੀਜ਼? ਉਹਦਾ ਪੁੱਤਰ ਸੀਗਾ। ਜਦੋਂ ਆਪਾਂ ਬਾਈਬਲ ਨੂੰ ਪੜ੍ਹਦੇ ਅਬਰਾਹਮ ਦੇ ਕੋਲ ਬਹੁਤ ਕੁਝ ਸੀਗਾ ਪਰ ਪੁੱਤਰ ਪਰਮੇਸ਼ਵਰ ਨੇ ਬਹੁਤ ਦੇ ਦਿੱਤਾ। ਇਸ ਕਰਕੇ ਅਬਰਾਹਮ ਦੀ ਸਭ ਤੋਂ ਕੀਮਤੀ ਚੀਜ਼ ਅਬਰਾਹਮ ਦਾ ਸਭ ਤੋਂ ਬਹੁਮੁੱਲੀ ਚੀਜ਼ ਸਭ ਤੋਂ ਅਹਿਮ ਚੀਜ਼ ਉਹਦਾ ਪੁੱਤਰ ਸੀਗਾ ਉਹਦੇ ਵਾਸਤੇ ਜਿਹੜੀ ਬੁਢੇਪੇ ਤੇ ਜਾ ਕੇ ਉਹਨੂੰ ਮਿਲੀ ਸੀ। ਤੇ ਪਰਮੇਸ਼ਵਰ ਕਹਿੰਦਾ ਅਬਰਾਹਮ ਜਿਹੜਾ ਪੁੱਤਰ ਮੈਂ ਤੈਨੂੰ ਦਿੱਤਾ ਉਹਦੀ ਬਲੀ ਦੇ ਦੇ ਉਹਨੂੰ ਕੁਰਬਾਨ ਕਰ। बाइबल में लिखा अब्राहम ने किसी ने सलाह नहीं की। उन्होंने परमेश्वर की आवाज ਨੂੰ ਸੁਨਿਆ ਤੇ ਚੱਲ ਪਿਆ। ਨੌਕਰ ਲਿਆ ਅੱਗ ਲਈ ਸੁਰੀ ਲਈ ਉਹਨੇ ਲੱਕੜੀ ਨੇ ਤੇ ਚੱਲ ਪਿਆ। ਸੁਣੋ ਇੱਕ ਜਗ੍ਹਾ ਤੇ ਜਾ ਕੇ ਆਪਣੇ ਨੌਕਰ ਨੂੰ ਕਹਿੰਦਾ ਕਿ ਤੁਸੀਂ ਇੱਥੇ ਠਹਿਰੋ ਅਸੀਂ ਗਾੜੀ ਜਾ ਕੇ ਤੇ ਬਲੀ ਦੇ ਆਈਏ ਹੋਮ ਬਲੀ ਚੜਾ ਕੇ ਆਈਏ। ਧਿਆਨ ਨਾਲ ਸੁਣਾ ਹੋਇਆ ਕਿ ਸੋਚੋ ਉਸ ਬਾਪ ਦਾ ਦਿਲ ਤੋਂ ਕੀ ਬੋਲ ਰਿਹਾ ਹੋਵੇਗਾ ਜਦੋਂ अब्राहम ने इसहाक ਨੂੰ ਕਿਹਾ ਕਹਿੰਦਾ ਪੁੱਤਰ ਲੱਕੜੀਆਂ ਚੁੱਕ ਤੇ ਚੱਲ ਆਪਾਂ ਚੱਲੀਏ ਤਾਂ ਕਿ ਆਪਾਂ ਬਲੀ ਦੇਣ ਚੱਲੀਏ। ਜਦੋਂ ਨੇ ਲੱਕੜੀਆਂ ਚੁੱਕੀਆਂ ਰਸਤੇ ਤੇ ਤੁਰੇ ਜਾ ਰਹੇ ਅਬਰਾਹਮ ਤੇ ਅਬਰਾਹਮ ਦਾ ਪੁੱਤਰ इसहाक ਕਹਿੰਦਾ ਫਾਦਰ ਜੀ ਕਹਿੰਦਾ ਪਿਤਾ ਜੀ ਲੱਕੜੀਆਂ ਵੀ ਆਪਾਂ ਲੈ ਲਈਆਂ ਨੇ ਛੁਰੀ ਵੀ ਤੁਹਾਡੇ ਕੋਲ ਆ ਚਾਕੂ ਵੀ ਤੁਹਾਡੇ ਕੋਲ ਆ ਅਗਨੀ ਵੀ ਸਾਡੇ ਕੋਲ ਹੈਗੀ ਆ ਪਰ ਕਹਿੰਦਾ ਲੈ ਲੈ ਤੇ ਆਪਾਂ ਲਿਆ ਹੀ ਨਹੀਂ। ਤੇ ਸੋਚੋ ਬਾਪ ਦਾ ਦਿਲ ਕੀ ਕਹਿੰਦਾ ਹੋਵੇ ਉਸ ਟਾਈਮ ਤੇ ਕਿਉਂਕਿ ਪਰਮੇਸ਼ਰ ਨੇ ਕਿਹਾ ਬਲੀ ਦੇ ਦੇਣੀ ਆ। इसहाक दी कितनी जिस सब तो कीमती बहुमूल्य चीज कहंदे दी बलि दे दे। तू बाप नु पुछ रिया ओदा पुੱਤਰ कहंदा बाप जी लेना किथे है। वो नहीं जानता लेना कौन पर अब्राहम जानता लेना है इदी बलि दी जानी है। सोचो उस टाइम ते पिता दा दिल की कहंदा होएगा। एक टाइम एक मिनट सोच के देखो अब्राहम दा दिल उस टाइम ते कितना रोया होएगा अंदर दे अंदर कितना दुखी होगा बंदा जरा जानता है कि मेरा छोटा जिहा पुत्र पुੱਛਦਾ
कहता बाप जी बलि की देनी है, तो कहता परमेश्वर आपे इंतजाम करेगा। हालेलुया, हालेलुया। सोचो उस टाइम कितना दा होएगा, ਉਹ ਕਿੱਦਾਂ ਦਾ ਸੀਨ ਹੋਏਗਾ ਜਦੋਂ ਬਾਪ ਨੂੰ ਬੇਟਾ ਪੁੱਛਦਾ, ਕਹਿੰਦਾ ਜੀ ਬਲੀ ਦੀ ਦੇਣੀ ਨਹੀਂ ਦੱਸੋ, ਕਹਿੰਦਾ ਪਰਮੇਸ਼ਰ ਆਪੇ ਪੈਦਾ ਕਰੇਗਾ। ਪਰ ਅਬਰਾਹਮ ਜਾਣਦਾ ਸੀਗਾ ਕਿ ਬਲੀ ਦੀ ਦੇਣੀ ਆ ਇਸਹਾਕ ਦੀ, ਜਿਹੜਾ ਸਭ ਤੋਂ ਕੀਮਤੀ ਬਹੁਮੁੱਲਾ ਪੁੱਤਰ। ਹਾਲੇਲੂਇਆ, ਹਾਲੇਲੂਇਆ। ਇੱਕ ਵਚਨ ਆਪਾਂ ਪੜਾਂਗੇ, ਭਾਈ ਉਹਦਾ ਕਿਹਾ ਜਦੋਂ ਅਬਰਾਹਮ ਲੱਗੀਆਂ ਚਿੰਨ ਦਿੱਤੀਆਂ, ਆਪਣੇ ਪੁੱਤਰ ਨੂੰ ਬਲੀ ਦੇਣ ਲਈ ਰੱਖ ਲਿਆ। ਦੱਸ ਤੋਂ ਪਤਾ ਕੀਤਾ ਜਿਵੇਂ ਅਬਰਾਹਮ ਨੇ ਆਪਣਾ ਹੱਥ ਕੱਢ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਕੋਹੇ, ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ, ਅਬਰਾਹਮ ਅਬਰਾਹਮ। ਉਸ ਉੱਤਰ ਦਿੱਤਾ, ਮੈਂ ਹੱਥ ਨਾ ਉਸ ਸੱਚ ਉਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। मैं जान गया कि तू परमेश्वर तो पै खांदा है, को जो तैं अपने पुत्र हां अपने इकलौते पुत्र दा भी मेथों सरफा नहीं कीता। हालेलुया। कदों परमेश्वर कहता हुण मैं सच्ची जान गया कि तू मेरे तो डरदा है, मैनू सच्ची लव करदा है। कदों कहता जदों अपने इकलौते पुत्र दा भी सरफा नहीं कीता। हालेलुया, हालेलुया। परमेश्वर अब्राहम ਨੂੰ ਕਹਿੰਦਾ, ਜਦੋਂ ਆਪਾਂ 22 15 16 17 ਪੜ੍ਹਦੇ ਆ, ਫਿਰ ਯਹੋਵਾ ਦੇ ਦੂਤ ਨੇ ਆਕਾਸ਼ ਤੋਂ ਅਬਰਾਹਮ ਨੂੰ ਦੂਜੀ ਵਾਰ ਸੱਦਿਆ ਅਤੇ ਆਪਣੀ ਸਹੁੰ ਖਾਧੀ ਹੈ, ਯਹੋਵਾ ਦਾ ਵਾਅਦਾ ਹੈ ਕਿਉਂ ਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਨੂੰ ਆਪਣੇ ਇਕਲੌਤੇ ਦਾ ਸਰਫਾ ਨਹੀਂ ਕੀਤਾ, ਸੋ ਮੈਂ ਤੈਨੂੰ ਬਰਕਤਾਂ ਦੇ ਬਰਕਤਾਂ ਦਿਆਂਗਾ ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਔਰ ਸਮੁੰਦਰ ਦੇ ਕੰਢੇ ਦੀ ਰੀਤ ਵਾਂਗੂ ਅੱਤ ਵਧਾਵਾਂਗਾ ਅਤੇ ਤੇਰੀ ਅੰਸ਼ ਆਪਣੇ ਵੈਰੀਆਂ ਤੋਂ ਫੱਟ ਉੱਤੇ ਕਬਜ਼ਾ ਕਰੇਗੀ। ਹਾਲੇਲੂਇਆ। परमेश्वर अब्राहम ਨੂੰ ਚੈੱਕ ਕਰਨ ਤੋਂ ਬਾਅਦ ਕਹਿੰਦਾ ਹੁਣ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ, ਤੇ ਕਹਿੰਦਾ ਤੇਰੀ ਅੰਸ਼ ਨੂੰ ਨਹੀਂ ਵਧਾ ਦਿਆਂਗਾ ਕਿ ਜਿੰਨੇ ਅਸਮਾਨ ਦੇ ਤਾਰੇ ਨੇ ਤੇਰੇ ਤੇ ਤਿਲਕੇ ਪਏ ਨੇ, ਕਹਿੰਦਾ ਤੂੰ ਵੱਧ ਤੇਰੀ ਅੰਸ਼ ਹੋਏਗੀ। ਕਦੋਂ ਕਿਆ? ਜਦੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ। ਯਾਦ ਰੱਖੋ ਪਰਮੇਸ਼ਵਰ ਦੇ ਕੋਲੋਂ ਅਗਰ ਤੁਸੀਂ ਕੁਝ ਲੈਣਾ ਚਾਹੁੰਦੇ ਹੋ, ਲਾਈਫ ਦਾ ਸਭ ਤੋਂ ਪਹਿਲਾ ਸਥਾਨ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਹੋਣਾ ਚਾਹੀਦਾ। ਹਾਲੇਲੂਇਆ, ਹਾਲੇਲੂਇਆ। ਸੋਚੋ ਕਿ ਅਬਰਾਹਮ ਦੀ ਜ਼ਿੰਦਗੀ 'ਚ ਪਹਿਲਾ ਸਥਾਨ ਦਾ ਪੁੱਤਰ ਹੁੰਦਾ ਤੇ ਉਹ ਕਦੀ ਬਲੀ ਨਹੀਂ ਜਾਂਦਾ। ਉਹ ਕਦੀ ਆਪਣੇ ਪੁੱਤਰ ਨੂੰ ਕਹਿੰਦਾ ਚੱਲ ਪਰਮੇਸ਼ਵਰ ਨੇ ਤੈਨੂੰ ਮੰਗਿਆ, ਬਾਈਬਲ 'ਚ ਲਿਖਿਆ ਉਹਨੇ ਮਨਾ ਨਹੀਂ ਕੀਤਾ, ਉਹ ਤੁਰ ਪਿਆ ਆਪਣੇ ਬੱਚੇ ਨੂੰ ਲੈ ਕੇ। ਜਿਹੜਾ ਬੰਦਾ ਪਰਮੇਸ਼ਵਰ ਦੇ ਕੰਮਾਂ ਲਈ ਕੰਜੂਸ ਆ ਤੇ ਜਿਹੜਾ ਬੰਦਾ ਸਰਫਾ ਕਰਦਾ ਆ, ਯਾਦ ਰੱਖੋ ਬੰਦਾ ਕਦੇ ਬਲੈਸ ਨਹੀਂ ਹੋ ਸਕਦਾ, ਵਚਨ ਫਰਮਾਨ ਕਰਦਾ ਹੈ। ਹਾਲੇਲੂਇਆ। ਕਦੋਂ ਅਬਰਾਹਮ ਪਰਮੇਸ਼ਵਰ ਕਹਿੰਦਾ ਕਿ ਤੂੰ ਸਰਫਾ ਨਹੀਂ ਕੀਤਾ, ਕਹਿੰਦਾ ਹੁਣ ਤੈਨੂੰ ਮੈਂ ਬਰਕਤਾਂ ਤੇ ਬਰਕਤਾਂ ਦਿਆਂਗਾ ਤੇ ਮੈਂ ਤੈਨੂੰ ਦਵਾਂਗਾ। ਹਾਲੇਲੂਇਆ, ਹਾਲੇਲੂਇਆ। ਇਹ ਗੱਲ ਦੱਸਦਾ ਮੈਂ ਤੁਹਾਨੂੰ, परमेश्वर तो बिना जरा ਤੁਹਾਡੇ ਕੋਲ ਪੈਸਾ ਆਏਗਾ, ਪਰਮੇਸ਼ਵਰ ਤੋਂ ਦੂਰ ਰਹਿ ਕੇ ਉਹ ਤੁਹਾਡੀ ਭੁੱਖ ਵਧਾਏਗਾ, ਉਹ ਤੁਹਾਡੀ ਭੁੱਖ ਵਧਾਏਗਾ, ਤੁਹਾਡੀ ਬੇਚੈਨੀ ਵਧੇਗੀ। ਪਰ ਜਦੋਂ ਤੁਸੀਂ ਪਰਮੇਸ਼ਵਰ ਤੋਂ ਆ ਕੇ ਫਾਈਨੈਂਸ਼ੀਅਲੀ ਬਲੈਸ ਹੋਵੋਗੇ, ਤੁਸੀਂ ਫਾਈਨੈਂਸ਼ੀਅਲੀ ਵੀ ਵਧਦੇ ਜਾਓਗੇ ਔਰ ਸ਼ਾਂਤੀ ਵੀ ਤੁਹਾਡੀ ਜ਼ਿੰਦਗੀ 'ਚ ਵਧਦੀ ਜਾਏਗੀ। ਸਮਝ ਆ ਰਹੀ ਹੈ ਕਿ ਨਹੀਂ? ਹਾਲੇਲੂਇਆ। ਜਿਹੜਾ ਪੈਸਾ ਪਰਮੇਸ਼ਵਰ ਤੋਂ ਅਲੱਗ ਹੋ ਕੇ ਤੁਸੀਂ ਕਮਾਓਗੇ, ਤੁਹਾਡੀ ਭੁੱਖ ਵਧਦੀ ਜਾਏਗੀ। ਜੇ ਤੁਹਾਡੇ ਅਕਾਊਂਟ 'ਚ 1 ਲੱਖ ਆ, ਤੁਹਾਡਾ ਮਨ ਕਰੇਗਾ ਜਦੋਂ 2 ਹੋ ਜਾਏ ਨਾ ਤੇ ਮਜ਼ਾ ਆ ਜਾਏ। ਹਾਂ, ਫਿਰ ਬੰਦਾ ਕਹੇਗਾ 4 ਹੋ ਜਾਏ। ਪਰ ਜਿਹੜਾ ਬੰਦਾ ਪਰਮੇਸ਼ਵਰ 'ਚ ਹੋਏਗਾ, ਪਰਮੇਸ਼ਵਰ ਦਾ ਵਫਾਦਾਰ ਹੋਏਗਾ, ਉਹ 1 ਲੱਖ 'ਚ ਸੰਤੁਸ਼ਟ ਹੋਏਗਾ। ਉਹ ਆਪਣਾ ਵਫਾਦਾਰੀ ਦੇ ਸੰਬੰਧ ਦੇਗਾ, ਪਰਮੇਸ਼ਵਰ 2 ਕਰੇਗਾ। ਵਫਾਦਾਰ ਹੋਏਗਾ 4 ਕਰੇਗਾ, ਵਫਾਦਾਰ ਹੋਏਗਾ 8 ਕਰੇਗਾ, ਵਫਾਦਾਰ ਹੋਏਗਾ ਉਹ ਲਗਾਤਾਰ ਵੱਧਦਾ ਜਾਏਗਾ। ਜਿਹੜਾ ਪਰਮੇਸ਼ਵਰ 'ਚ ਰਹਿ ਕੇ ਵਫਾਦਾਰੀ ਨਾਲ ਤੁਸੀਂ ਬੀਜੋਗੇ। ਸਮਝ ਆ ਰਹੀ ਗੱਲ ਕਿ ਨਹੀਂ? ਹਾਲੇਲੂਇਆ, ਹਾਲੇਲੂਇਆ। ਪਰ ਜਦੋਂ ਇਨਸਾਨ ਸਰਫਾ ਕਰਦਾ ਹੈ ਪਰਮੇਸ਼ਵਰ ਦੇ ਕੰਮਾਂ ਲਈ, ਕੰਜੂਸੀ ਕਰਦਾ ਹੈ ਪਰਮੇਸ਼ਵਰ ਦੇ ਕੰਮਾਂ ਲਈ, ਯਾਦ ਰੱਖੋ ਕਦੀ ਬਲੈਸ ਨਹੀਂ ਹੋ ਸਕਦਾ, ਉਹ ਕਦੀ ਆਸ਼ੀਸ਼ ਨਹੀਂ ਹੋ ਸਕਦਾ। ਪਰਮੇਸ਼ਵਰ ਦੀ ਸ਼ਾਂਤੀ ਉਹਦੀ ਜ਼ਿੰਦਗੀ 'ਚ ਕਦੇ ਨਹੀਂ ਬਣ ਜਾ ਸਕਦੀ। ਕਦੀ ਪਰਮੇਸ਼ਵਰ ਦੀ ਸ਼ਾਂਤੀ ਜ਼ਿੰਦਗੀ 'ਚ ਨਹੀਂ ਹੋਏਗੀ। ਕਿੰਨੇ ਨੂੰ ਸਮਝ ਆ ਰਹੀ ਹੈ? ਹਾਲੇਲੂਇਆ। ਯਾਦ ਰੱਖੋ
बाइबल फरमान कर दिया कि अब्राहम ने सरफा नहीं किया, सब तो कीमती चीजों का पुत्र सीखा, वो भी उन्होंने परमेश्वर के लिए बलि देने लिए तैयार हो गया, बलि देने लगा सीखा। परमेश्वर कहता ना कर, कहता मैं जान चुका हूं कि मैं कि तू मुझे करता है, प्यार करता है, तू मुझे डरता है। हालेलुया। एक बंदे ਨੂੰ बताओ तो पहला परमेश्वर ਦੀ ਵਫਾਦਾਰੀ ਚੈੱਕ ਕਰਦਾ ਹੈ। एक इंसान फलवंत करने तो पहला परमेश्वर को चेक करता है, उस तो बाद अपना नियम अपना वचन की जिंदगी को पूरा करता है। हालेलुया। नियम को तो बनने सीखा 75 साल च कि तेरी अंसी नहीं होएगी, हुन पूरा तो होया 100 साल च। उस तो बाद परमेश्वर ने क्या कहता, हुन मैं जान चुका हूं, पक्की गल है, हुन तू वधेगा तो तू सरफा नहीं कीता। हालेलुया। हालेलुया। इसे करके बाइबल च लिखिਆ ਕਹਿੰਦੇ ਜਿਹੜੇ ਹੰਝੂਆਂ ਦੇ ਨਾਲ ਵੀਰ ਨੂੰ ਕਿੱਦਾਂ ਬਣਨਗੇ, ਕਿੱਦਾਂ ਯਾਦਾਂ ਦੇ ਨਾਲ ਬਣਨਗੇ। ਤੁਸੀਂ ਕੱਚੇ ਹੋ, ਥੋੜੇ ਹੋ, ਪਰ ਅਗਰ ਪਰਮੇਸ਼ਵਰ ਲਈ ਖੜੇ ਹੋ ਹਰ ਟਾਈਮ, ਪਰਮੇਸ਼ਵਰ ਲਈ ਖੜੇ ਹੋ ਹਰ ਸਿਚੁਏਸ਼ਨ 'ਚ, ਹਰ ਹਾਲਾਤ 'ਚ, ਇੱਕ ਟਾਈਮ ਆਏਗਾ ਤੁਸੀਂ ਆਪਣੇ ਪਿੰਡ ਦੇ ਨੰਬਰ 1 ਇਨਸਾਨ ਹੋਵੋਗੇ ਯਿਸੂ ਦੇ ਨਾਮ ਦੇ ਵਿੱਚ। ਜ਼ੋਰ ਨਾਲ ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਇਨਸਾਨ ਸਭ ਤੋਂ सुनो, हुन परमेश्वर बलि नहीं मांगता, हुन नहीं परमेश्वर क्या अपने पुत्र बलि दे, ले शस्त्र बलि दे, हुन नहीं परमेश्वर कहता, खत्म कर देता परमेश्वर ने। ते मिलादी चीज कहता सारी संबंध मेरी मोती खाने में चले जाओ, कहता उससे ना मैंने जरा बताओ, कहता मैं चेक करो, कहता मैं स्वर्ग ने खिड़कियां खोल के तन्नू करांगा, ब्लेस करांगा। उथे लिखे कहता तो एक जगह कट जाएगी पर बरकत बहुत ज्यादा होगी। कदों कहंदा जे तुसी वफादार होवोगे मेरे नाल, ਜਦੋਂ ਸਾਰੇ ਦੇ ਸੰਬੰਧ ਮੇਰੇ ਘਰ ਚ ਮੇਰੀ ਮੋਤੀ ਖਾਣੇ ਚਲੇ ਜਾਓਗੇ, ਮੈਂ ਤੁਹਾਨੂੰ ਬਲੈਸ ਕਰਾਂਗਾ, ਮੈਂ ਤੁਹਾਨੂੰ ਆਸ਼ੀਸ਼ ਕਰਾਂਗਾ। ਕਿੰਨੇ ਨੂੰ ਸਮਝ ਆ ਰਹੀ ਗੱਲ? ਜ਼ੋਰ ਨਾਲ ਬੋਲੋ ਹਾਲੇਲੂਇਆ। ਹਾਲੇਲੂਇਆ। ਸੁਣੋ ਇੱਕ ਸੱਚੀ ਘਟਨਾ ਦੱਸਦਾ ਮੈਂ ਤੁਹਾਨੂੰ, ਪੂਰੀ ਰੀਅਲ ਹੈ। ਪਿਛਲੇ ਦਿਨਾਂ ਚ ਆਪਾਂ ਇੱਕ ਫੈਮਿਲੀ ਚ ਗਏ, ਜੋ ਪਰਿਵਾਰ ਜਾ ਕੇ ਉਹਨਾਂ ਨੇ ਇਨਵਾਈਟ ਕੀਤਾ ਸਾਨੂੰ। ਲੇਡੀਜ਼ ਨੂੰ ਕੋਈ ਪ੍ਰੋਬਲਮ ਸੀਗੀ, ਘਰ ਵਾਲੇ ਨੂੰ ਕੋਈ ਪ੍ਰੋਬਲਮ ਸੀਗੀ, ਜਿਹਦੇ ਕਰਕੇ ਆਏ ਆਪਾਂ। ਜਦੋਂ ਆਪਾਂ ਬੈਠੇ ਤੇ ਅਜੇ ਪੁੱਛਿਆ ਕਿ ਇਹਨਾਂ ਨੂੰ ਕੀ ਪ੍ਰੋਬਲਮ ਹੈ, ਕਹਿੰਦੇ ਇਹਨਾਂ ਨੂੰ ਇਦਾਂ ਦਾ ਸ਼ੂਗਰ ਆ ਤੇ ਇਹਨਾਂ ਦਾ ਜਖਮ ਨਹੀਂ ਹਟਦਾ, ਤੇ ਕਹਿੰਦੇ ਹਫਤੇ ਤੇ ਆਪਾਂ 1800 ਰੁਪਏ ਦੀ ਮੈਡੀਸਿਨ ਦਿੰਦੀ ਆ, ਹਰ ਹਫਤੇ 1800 ਰੁਪਏ ਸਾਨੂੰ ਦੇਣਾ ਪੈਂਦਾ ਡਾਕਟਰ ਨੂੰ। ਉਹ ਨਾ ਕਹਿੰਦੇ ਜਖਮ ਸੁਰਿਆ ਨਾ ਜਿਹੜੀ ਸ਼ੂਗਰ ਆ ਉਹ ਘਟ ਰਹੀ ਹੈ। ਜਦੋਂ ਆਪਾਂ ਫੈਮਿਲੀ ਵਿੱਚ ਬੈਠੇ ਲਗਾਤਾਰ ਕੰਟੀਨਿਊ ਚਰਚਾ ਆ ਰਹੀ ਸੀਗੀ, ਉਦੋਂ ਲਗਾਤਾਰ ਚਰਚਾ ਇਸੇ ਕਰਕੇ ਮੈਂ ਉਹਨੇ ਦੱਸਿਆ ਕਿ ਫੈਮਿਲੀ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਨਾ, ਉਹਨਾਂ ਨੂੰ ਹੀ ਦੱਸਿਆ ਮੈਂ ਕਿ ਮੇਰੇ ਦਰਸ਼ਨ ਨਹੀਂ ਆ, ਹੁਣ ਆਪਾਂ ਗੱਲ ਲੈਣੀ ਚਾਹੁੰਦੇ ਆ ਤੇ ਸਾਰੇ ਕਲੀਸੇ ਦੇ ਮੈਂਬਰ ਰਲ ਕੇ ਤੇ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਨੇ ਪੈਸੇ ਨਾਲ, ਤਾਂ ਕਿ ਪਰਮੇਸ਼ਵਰ ਦੇ ਕੰਮ 'ਚ ਕੋਈ ਵੀ ਵਿਘਨ ਨਾ ਪਏ। ਤੇ ਸਾਨੂੰ ਫੈਮਿਲੀ ਕਹਿੰਦੀ ਬੰਦੇ ਨੂੰ ਬਸ ਪਤਾ ਕਦੋਂ ਕਹਿੰਦੇ ਰੱਬ ਦੇ ਘਰ ਦੇਣਾ ਪਏ, ਕਦੋਂ ਉਹ ਬਾਰ-ਬਾਰ 5 ਮਿੰਟ ਬਾਅਦ ਜਦੋਂ ਗੱਲ ਕਰੀ ਉਹਦੇ ਨਾਲ, ਉਹ ਕਹਿੰਦਾ ਹੁਣ ਬਸ ਪੈ ਜਾਣੀ ਹੈ, ਉਹ ਆਪੇ ਕਹੇਗਾ ਉਹਨਾਂ ਨੂੰ ਕੀ ਪੈ ਜਾਣੀ ਹੈ, ਬਸ ਬਾਰ-ਬਾਰ ਕਹੀ ਉਹਨਾਂ ਨੂੰ। ਉਹ ਤਾਂ ਵਾਕਈ ਜਦੋਂ ਆਪਾਂ ਉਹਨਾਂ ਦੇ ਘਰ ਗਏ ਹੋ ਕੇ ਆ ਗਿਆ, ਨਾ ਉਹਦੇ ਕੋਈ ਚਰਚਾ ਹੈ ਤੇ ਨਾ ਹੀ ਬਾਤ ਮਿਲੇ, ਨਾ ਕਦੀ ਕਾਲ ਨਾ ਕੋਈ ਫੋਨ। ਸਮਝ ਆ ਰਹੀ ਹੈ ਕਿ ਨਹੀਂ? ਹਾਲੇਲੂਇਆ। आप कह रहे हैं उन्होंने बस मैंने कहते मन कहते हर हफ्ते आप 1800 ਦਿੰਦੇ ਨੇ ਡਾਕਟਰ ਨੂੰ, ਪਰ ਕਹਿੰਦੇ ਰੱਬ ਦਿੰਦੇ ਹਨ ਕੀ ਪੈ ਜਾਣੀ ਹੈ, ਖੁਦ ਕਹੀ ਜਾ ਉਹਨੂੰ, ਆਪਾਂ ਨਾ ਉਹਨਾਂ ਨੂੰ ਖੁਦ ਕਹਿਣ। ਜਦੋਂ ਆਪਾਂ ਘਰ ਆ ਕੇ ਨੈਕਸਟ ਸੰਡੇ ਦੇ ਦਿਨ ਤੋਂ ਹੀ ਉਹਨਾਂ ਨੇ ਸਾਰਾ ਦਿਨ ਦੇ ਤੋੜ ਦਿਆ। ਸਮਝ ਆ ਰਹੀ ਗੱਲ ਕੀ ਹੈ? ਇੱਕ ਬੰਦਾ ਆਪਣੇ ਘਰ ਦੇ ਸਾਰੇ ਕੰਮ ਕਰ ਸਕਦਾ ਹੈ, ਮੈਨੇਜ ਚੁੱਕ ਕੇ ਕਰ ਸਕਦਾ ਹੈ, ਘਰ ਬਣਾ ਸਕਦਾ ਹੈ, ਪਰ ਜਦੋਂ ਕੰਮ ਪਰਮੇਸ਼ਵਰ ਦੇ ਕਰਕੇ ਆ ਜਾਂਦੀ ਹੈ, ਜਦੋਂ ਤੱਕ ਪਰਮੇਸ਼ਵਰ ਦੇ ਕਰਕੇ ਆ ਜਾਂਦੀ ਬੰਦਾ ਦਾ ਜੋਸ਼ ਹੋ ਜਾਂਦਾ। ਹਲੇ ਕਿ ਵਧਾਉਣਾ ਕਿਹਨੇ ਆ? ਪਰਮੇਸ਼ਵਰ ਨੇ। ਫਲਵੰਤ ਕਿਹਨੇ ਕਰਨਾ ਹੈ? ਪਰਮੇਸ਼ਵਰ। ਹਾਲੇਲੂਇਆ। ਇਸੇ ਕਰਕੇ ਬਾਈਬਲ ਚ ਲਿਖਿਆ ਕਹਿੰਦੇ ਹੰਝੂਆਂ ਦੇ ਨਾਲ ਬੀਜਣ ਜੋ ਜਾਰੇ ਦੇ ਨਾਲ ਵੱਢਣਗੇ। ਤੁਸੀਂ ਕੱਚੇ ਹੋ, ਥੋੜੇ ਹੋ, ਪਰ ਫਿਰ ਵੀ ਤੁਸੀਂ ਵਫਾਦਾਰ ਹੋ, ਇੱਕ ਟਾਈਮ ਆਏਗਾ ਤੁਸੀਂ ਬਲੈਸ ਹੋਵੋਗੇ ਯਿਸੂ ਦੇ ਨਾਮ ਦੇ ਵਿੱਚ। ਜ਼ੋਰ ਨਾਲ ਬੋਲੋ ਹਾਲੇਲੂਇਆ। हालेलुया। सुनो, याद रखो परमेश्वर
ਦੀ ਇੱਕ ਖੂਬੀ ਹੈ, ਕੁਆਲਿਟੀ ਹੈ। ਇਹਦੇ ਵਿੱਚ ਮੈਂ ਆਫਰਿੰਗ ਪਾਈ, ਮੇਰੀ ਆਫਰਿੰਗ ਨਹੀਂ ਦੇਖਣੀ ਕਿ ਮੈਂ ਕੀ ਦੇ ਰਿਹਾ ਪਰਮੇਸ਼ਵਰ ਨੂੰ। ਪਰਮੇਸ਼ਵਰ ਤੁਹਾਡੇ ਹਾਲਾਤ ਦੇਖਦਾ ਕਿ ਤੁਸੀਂ ਕਿੰਨਾ ਹਾਲਾਤਾਂ 'ਚ ਦੇ ਰਹੇ ਹੋ। ਪਰਮੇਸ਼ਵਰ ਤੁਹਾਡੀ ਸਿਚੁਏਸ਼ਨਸ ਦੇਖਦਾ, ਤੁਸੀਂ ਕਿਹੜੀ ਸਿਚੁਏਸ਼ਨ 'ਚ ਪਰਮੇਸ਼ਵਰ ਦੇ ਨਾਲ ਖੜੇ ਹੋ। ਬਾਈਬਲ 'ਚ ਲਿਖਿਆ ਪਰਮੇਸ਼ਵਰ ਦੇ ਘਰ 'ਚ ਬਹੁਤ ਸਾਰੇ ਧਨ ਦੌਲਤ ਪਾੜੇ ਨੇ, ਧਨਵਾਨਾਂ ਨੇ ਬਹੁਤ ਕੁਝ ਪਾਇਆ, ਪਰ ਬਾਈਬਲ 'ਚ ਲਿਖੋ ਕਿ ਕੰਗਾਲ ਵਿਧਵਾ ਸੀ ਜਿਹਨੇ 2 ਦਮੜੀਆਂ ਇੱਕੋ ਤੇਲਾ ਪਾਇਆ। ਕਿੰਨਾ? ਇੱਕੋ ਹੀ ਤੇਲਾ ਪਾਇਆ। ਬਾਈਬਲ 'ਚ ਲਿਖਿਆ ਕੰਗਾਲ ਨੇ ਜਿਹੜੀ ਵਿਧਵਾ ਸੀਗੀ, ਤੇ ਪਰਮੇਸ਼ਵਰ ਆਪਣੇ ਚੇਲਿਆਂ ਨੂੰ ਪਤਾ ਕੀ ਕਹਿੰਦਾ? ਕਹਿੰਦਾ ਸਭ ਤੋਂ ਵੱਧ ਇਸ ਵਿਧਵਾ ਔਰਤ ਨੇ ਪਾਇਆ, ਹਾਲਾਂਕਿ ਸਭ ਤੋਂ ਘੱਟ ਉਹਦਾ ਸੀ। ਹਾਲੇਲੂਇਆ। ਪਰਮੇਸ਼ਵਰ ਨੇ ਆਫਰਿੰਗ ਨੂੰ ਨਹੀਂ ਦੇਖੀ ਕਿ ਇੱਕੋ ਤੇਲਾ ਪਾਇਆ, ਬਾਕੀ ਨੇ ਹਜ਼ਾਰਾਂ ਪਾਏ ਨੇ, ਲੱਖਾਂ ਪਾਏ ਨੇ। ਪਰਮੇਸ਼ਵਰ ਨੇ ਹਾਲਾਤਾਂ ਨੂੰ ਦੇਖਿਆ, ਸਿਚੁਏਸ਼ਨਸ ਨੂੰ ਦੇਖਿਆ ਕਿ ਕਿਹੜੇ ਹਾਲਾਤਾਂ 'ਚ ਰਹਿ ਕੇ ਇਹਨੇ ਆਪਣਾ ਬੀਜ ਬੀਜਿਆ, ਕਿਹੜੀ ਸਿਚੁਏਸ਼ਨ 'ਚ ਇਹਨੇ ਆਪਣੀ ਆਫਰਿੰਗ ਦਿੱਤੀ ਹੈ ਮੇਰੇ ਘਰ 'ਚ। ਸਮਝ ਆ ਰਹੀ ਗੱਲ ਕਿ ਨਹੀਂ? ਹਾਲੇਲੂਇਆ। ਪਰਮੇਸ਼ਵਰ ਕਦੇ ਤੁਹਾਨੂੰ ਫਲਵੰਤ ਨਹੀਂ ਕਰਦਾ, ਉਹ ਤੁਹਾਨੂੰ ਫਲਵੰਤ ਤਾਂ ਕਰਦਾ ਹੈ ਜੋ ਤੁਸੀਂ ਬੀਜ ਬੀਜਦੇ ਹੋ। ਉਹ ਕਦੇ ਤੁਹਾਨੂੰ ਨਹੀਂ ਦਿੰਦਾ, ਉਹ ਤੁਹਾਨੂੰ ਲਟਾਉਂਦਾ ਹੈ ਜੋ ਤੁਸੀਂ ਉਹਦੇ ਘਰ 'ਚ ਦਿੰਦੇ ਹੋ ਵੱਧ ਕਰਕੇ। ਸਮਝ ਆ ਰਹੀ ਗੱਲ ਕਿ ਨਹੀਂ? ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਵਰ ਦਾ ਹੁਕਮ ਹੈ। ਜਦੋਂ ਮੈਂ ਸੇਵਕ ਕੀਤੀ ਲਗਾਤਾਰ ਕੰਟੀਨਿਊ 3 ਸਾਲ ਮੈਂ ਆਫਰਿੰਗ ਤੇ ਪ੍ਰੀਚਿੰਗ ਨਹੀਂ ਕੀਤੀ। ਇੱਕ ਦਿਨ ਮੈਂ ਪ੍ਰੇਅਰ ਕਰ ਰਿਹਾ, ਕਿਉਂਕਿ ਜਦੋਂ ਬੰਦਾ ਨਵਾਂ ਨਵਾਂ ਚੱਲਦਾ ਸੋਚਦਾ ਸ਼ਾਇਦ ਲੋਕ ਕੀ ਕਹਿਣਗੇ, ਲੋਕ ਕੀ ਸੋਚਣਗੇ। ਪੂਰੇ 3 ਸਾਲ ਮੈਂ ਇਸ ਚੀਜ਼ ਤੇ ਟੌਪਿਕ ਤੇ ਪ੍ਰੀਚਿੰਗ ਨਹੀਂ ਕੀਤੀ, ਪਰ ਪਰਮੇਸ਼ਵਰ ਨੇ ਮੈਨੂੰ ਸਿਖਾਇਆ ਕਿ ਅਗਰ ਤੂੰ ਪ੍ਰੀਚਿੰਗ ਨਹੀਂ ਕਰੇਗਾ, ਕਿਵੇਂ ਮੈਂ ਫੈਮਿਲੀ 'ਚ ਜਾਣਾ, ਘਰ 'ਚ ਜਾਣਾ, ਜਦੋਂ ਆਫਰਿੰਗ ਦੇਣੀ, ਮੈਂ ਕਹਿੰਦਾ ਰੱਖ ਲਓ, ਕੋਈ ਗੱਲ ਨਹੀਂ, ਬੱਚਿਆਂ ਨੂੰ ਦੇ ਦਿਓ, ਫੈਮਿਲੀ 'ਚ ਇੱਧਰ ਉੱਧਰ ਕਰ ਦਿਓ। ਪਰ ਪਰਮੇਸ਼ਵਰ ਨੇ ਮੈਨੂੰ ਸਿਖਾਇਆ ਕਿ ਚੀਜ਼ ਜ਼ਰੂਰੀ ਆ, ਜਦੋਂ ਲੋਕ ਬੀਜਣਗੇ ਉਹ ਫਲਵੰਤ ਹੋਣਗੇ, ਉਹ ਵਧਣਗੇ। ਹਾਲੇਲੂਇਆ, ਹਾਲੇਲੂਇਆ। ਸੁਣੋ, ਅੱਜ ਲੋਕਾਂ ਦੀ ਪਤਾ ਕੀ ਪ੍ਰੇਅਰ ਰਿਕਵੈਸਟ ਹੁੰਦੀ ਆ? ਕਹਿੰਦੇ ਆ ਕਿ ਰੱਬ ਸਾਨੂੰ ਜ਼ਿਆਦਾ ਦੇਵੇ ਤੇ ਅਸੀਂ ਰੱਬ ਨੂੰ ਦੇਈਏ। ਕਿ ਦੇਵੇ ਰੱਬ ਸਾਨੂੰ ਜ਼ਿਆਦਾ ਦੇਵੇ ਤੇ ਅਸੀਂ ਰੱਬ ਦੇ ਘਰ 'ਚ ਦੇਈਏ। ਸੁਣੋ, ਕਦੇ ਉਹ ਜ਼ਿਆਦਾ ਨਹੀਂ ਦੇਗਾ। ਬਾਈਬਲ 'ਚ ਲਿਖਿਆ ਕਹਿੰਦਾ ਥੋੜੇ 'ਚ ਵਫਾਦਾਰ ਨਹੀਂ ਆ, ਪਰਮੇਸ਼ਵਰ ਨੂੰ ਜ਼ਿਆਦਾ ਦੇਵੇ ਨਹੀਂ ਦੇਗਾ। ਤੁਸੀਂ ਥੋੜੇ 'ਚ ਵਫਾਦਾਰ ਪਰਮੇਸ਼ਵਰ ਦੇ ਨਾਲ, ਤੁਹਾਡੇ ਕੋਲ ਥੋੜਾ ਆ ਪਰ ਤੁਸੀਂ ਵਫਾਦਾਰ ਪਰਮੇਸ਼ਵਰ ਦੇ ਨਾਲ, ਪਰਮੇਸ਼ਵਰ ਤੁਹਾਨੂੰ ਬਤਾਏਗਾ ਇੱਕ ਦਿਨ ਤੁਸੀਂ ਜ਼ਿਆਦਾ ਦਿਓਗੇ। ਸਮਝ ਆ ਰਹੀ ਗੱਲ ਕਿ ਨਹੀਂ? ਜੋਰ ਨਾਲ ਬੋਲੋ ਹਾਲੇਲੂਇਆ, ਹਾਲੇਲੂਇਆ। ਸੁਣੋ, ਅਬਰਾਹਮ ਦੇ ਕੋਲ ਕੀ ਸੀਗਾ? ਉਹ ਦੇਣ ਲਈ ਤਿਆਰ ਹੋ ਗਿਆ, ਕਹਿੰਦਾ ਜੀ ਮੈਂ ਰੈਡੀ ਹਾਂ, ਮੈਂ ਤਿਆਰ ਹਾਂ। ਅੱਜ ਅਸੀਂ ਸਾਰੇ ਉਹਦੇ ਧੀਆਂ ਪੁੱਤਰ ਹਾਂ, ਅਰਬਾਂ ਖਰਬਾਂ ਉਹਦੇ ਧੀਆਂ ਪੁੱਤਰ। ਉਹ ਬਾਪ ਕਹਿੰਦਾ ਕਿ ਅੰਸ ਨਹੀਂ ਹੋਏਗੀ, ਅਸੀਂ ਸਾਰੇ ਅਬਰਾਹਮ ਦੀ ਅੰਸ ਹਾਂ ਜਿੰਨੇ ਅਸੀਂ ਪਰਮੇਸ਼ਵਰ ਦੇ ਵਿੱਚ। ਇੱਕ ਕਿੱਦਾਂ ਹੋਇਆ? ਜਦੋਂ ਉਹਦੇ ਕੋਲ ਕੋਈ ਸੀਗਾ, ਉਹਨੇ ਇੱਕ ਹੀ ਪਰਮੇਸ਼ਵਰ ਨੂੰ ਦੇ ਦਿੱਤਾ ਤੇ ਉਹਦੇ ਅੱਜ ਸਾਰੇ ਅੰਸ ਨੇ ਪਤਾ ਨਹੀਂ ਕਿੰਨੇ ਧੀਆਂ ਪੁੱਤਰ ਨੇ। ਹਾਲੇਲੂਇਆ, ਹਾਲੇਲੂਇਆ। ਯਾਦ ਰੱਖੋ, ਲੋਕਾਂ ਨੂੰ ਲੱਗਦਾ ਸਾਈਡ ਮੈਂ 10,000 ਦੇ ਰਿਹਾ ਤੇ ਪਰਮੇਸ਼ਵਰ ਨੂੰ ਜ਼ਿਆਦਾ ਬਲੈਸ ਕਰੇਗਾ। ਸਾਈਡ ਮੇਰੀ 20,000 ਦੀ ਆਫਰਿੰਗ ਆ, ਪਰਮੇਸ਼ਵਰ ਹਾਂ ਤੁਸੀਂ ਵੱਧ ਦਿਓਗੇ, ਪਰਮੇਸ਼ਵਰ ਤੁਹਾਨੂੰ ਵੱਧ ਦੇਗਾ। ਪਰ ਪਰਮੇਸ਼ਵਰ ਤੁਹਾਡੇ ਹਾਲਾਤਾਂ ਨੂੰ ਦੇਖਦਾ ਆ ਕਿ ਤੁਸੀਂ ਕਿੰਨਾ ਹਾਲਾਤਾਂ 'ਚ ਪਰਮੇਸ਼ਵਰ ਨੂੰ ਦੇ ਰਹੇ ਹੋ। ਸਿਚੁਏਸ਼ਨਸ ਕਿੰਨੀਆਂ ਦੀਆਂ ਤੁਹਾਡੀ ਤੁਸੀਂ ਕਰ ਸਕਦੇ ਨਹੀਂ ਸੀ ਕਰ ਸਕਦੇ, ਪਰ ਫਿਰ ਵੀ ਤੁਸੀਂ ਕਰ ਰਹੇ ਹੋ, ਪਰਮੇਸ਼ਵਰ ਤੁਹਾਨੂੰ ਬਲੈਸ ਕਰਦਾ। ਹਾਲੇਲੂਇਆ। ਪਰਮੇਸ਼ਵਰ ਦਾ ਨਬੀ ਵਿਧਵਾ ਔਰਤ ਦੇ ਕੋਲ ਗਿਆ, ਜਿਹੜੇ ਲੱਕੜੀਆਂ ਚੁੱਕ ਲਈਆਂ, ਦੋਨੇ ਮਾਂ ਪੁੱਤ। ਕਹਿੰਦਾ ਜੀ ਮੈਨੂੰ ਘੁੱਟ ਪਾਣੀ ਪਿਲਾ, ਤੇ ਕਹਿੰਦਾ ਨਾਲ ਇੱਕ ਮੰਨੀ ਵੀ ਲੈ ਆਈ, ਇੱਕ ਰੋਟੀ ਵੀ ਲੈ ਆਈ। ਕਹਿੰਦੀ ਕੋਈ ਮੁੱਠੀ ਆਟਾ, ਥੋੜਾ ਜਿਹਾ ਕੋਈ ਤੇਲ। ਕਹਿੰਦੀ ਪਕਾਉਣਾ ਖਾਣਾ ਤੇ ਮਰ ਜਾਣਾ। ਕਹਿੰਦੀ ਲਾਸਟ ਆ ਰੋਟੀ ਪਕਾ ਕੇ ਖਾਣੀ ਆ, ਤੇ ਉਸ ਤੋਂ ਬਾਅਦ ਮਰਨਾ ਹੀ ਆ, ਕਿਉਂਕਿ ਪੂਰੀ ਧਰਤੀ ਤੇ ਕੀ ਆ? ਕਾਲ। ਸੁਣੋ ਹੋਇਆ ਕਿ ਪਰਮੇਸ਼ਵਰ ਦਾ ਨਬੀ ਬਲੈਸ ਕਰਨ ਤੋਂ ਪਹਿਲਾਂ ਲੱਗਦਾ ਕੀ ਕਹਿੰਦਾ? ਕਹਿੰਦਾ ਪਹਿਲੀ ਰੋਟੀ ਮੇਰੀ ਦੀ ਪਕਾ ਲੈ। ਕਹਿੰਦਾ ਪਹਿਲੀ ਮੰਨੀ ਮੇਰੇ ਲਈ ਲੈ ਕੇ ਆ। ਉਹਨੂੰ ਇਹ ਨਹੀਂ ਆ ਕਿ ਫਿਰ ਮੈਂ ਤੁਹਾਨੂੰ ਬਲੈਸ ਕਰਨਾ, ਪਹਿਲਾਂ ਰੋਟੀ ਲੈ ਕੇ ਆ। ਬਾਈਬਲ 'ਚ ਲਿਖਿਆ ਕਿ ਉਹਨੇ ਪਹਿਲੀ ਮੰਨੀ ਉਹਨੂੰ ਤੇ ਪਹਿਲੀ ਰੋਟੀ ਦਾ ਟੁਕੜਾ ਉਹਨੂੰ ਦਿੱਤਾ। ਵਚਨ 'ਚ ਕਹਿੰਦਾ ਜਿੰਨਾ ਟਾਈਮ ਤੱਕ ਧਰਤੀ ਤੇ ਕਾਲ ਰਹੇਗਾ, ਕਹਿੰਦਾ ਨਾ ਤੇਰੇ ਘਰ 'ਚੋਂ ਆਟਾ ਨਾ ਤੇਰੀ ਕੁੱਪੀ 'ਚੋਂ। ਪੜ੍ਹ ਕੇ ਦੇਖ ਲਓ, ਬਾਈਬਲ 'ਚ ਲਿਖਿਆ ਉਹਦੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੂੰ ਉਹਦੇ ਘਰ 'ਚੋਂ ਖਾਦਾ, ਪਰ ਆਟਾ ਤਾਂ ਦੇ ਨਹੀਂ।
कदों परमेश्वर ने देखिया कि उन्हें नबी ने रोटी दे दी है, उन्हें हालात देखे कि केड़े हालातां च ने अपनी ऑफरिंग अपने ने केड़े हालातां च ने नबी दी सेवा की, केड़े हालात सीगे, विधवा है, कंगाल है, पर फिर भी थोड़ा आया पर थोड़ा दे के परमेश्वर ने नबी ने दिया, उन्हें हालात देखे, सिचुएशंस देखी। ਤੁਹਾਡੇ ਮਾੜੇ ਦਿਨਾਂ 'ਚ ਪਰਮੇਸ਼ਵਰ ਤੁਹਾਨੂੰ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਬਲੈਸ ਕਰਦਾ ਹੈ। ਯਾਦ ਰੱਖੋ ਤੁਸੀਂ ਚਾਹੁੰਦੇ ਹੋ ਕਿ ਚਾਰੇ ਹਿੱਸਿਆਂ ਤੋਂ ਮੈਂ ਬਲੈਸ ਹੋਵਾਂ, ਪਰ ਪਰਮੇਸ਼ਵਰ ਬਲੈਸ ਕਰਨ ਤੋਂ ਪਹਿਲਾਂ ਤੁਹਾਨੂੰ ਚੈੱਕ ਕਰੇਗਾ, ਉਸ ਤੋਂ ਬਾਅਦ ਤੁਹਾਨੂੰ ਬਲੈਸ ਕਰੇਗਾ। ਕਿ ਕਹਿੰਦਾ ਅਬਰਾਹਮ ਨੂੰ, ਕਹਿੰਦਾ ਹੁਣ ਮੈਂ ਮੈਨੂੰ ਚੈੱਕ ਕਰ ਲਿਆ, ਕਹਿੰਦਾ ਮੈਂ ਮੈਨੂੰ ਜਾਣ ਲਿਆ ਕਿ ਤੂੰ ਮੇਰੇ ਤੋਂ ਡਰਦਾ ਹੈ, ਮੈਨੂੰ ਪਿਆਰ ਕਰਦਾ ਹੈ, ਕਹਿੰਦਾ ਹੁਣ ਮੈਂ ਮੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ। ਹਾਲੇਲੂਇਆ ਹਾਲੇਲੂਇਆ। हर बंदे दी जिंदगी च परमेश्वर दी प्लानिंग है। हर बंदे ने चाहता कि बंदा ब्लेस होए, पर वो ब्लेस तो करता है, तन्नू चेक करता है, तन्नू जानता परखता है। किन्ना समझ आ रही? हालेलुया हालेलुया। कदी सुनो इस विषय से प्रेयर करने की लोड़ नहीं ਤੁਹਾਨੂੰ कि परमेश्वर ने हां ਤੁਸੀਂ ਕਰ ਸਕਦੇ ਹੋ, ਪਰ ਤੁਹਾਨੂੰ प्रेयर करने की लोड़ नहीं ਘੰਟਿਆਂ ਪ੍ਰਤੀ कि परमेश्वर ਮੈਨੂੰ ਫਾਈਨੈਂਸ਼ਲੀ ਬਲੈਸ ਕਰ, ਮੇਰੇ ਹੱਥਾਂ ਦੇ ਕੰਮ ਨੂੰ ਬਲੈਸ ਕਰ। ਤੁਸੀਂ ਵਫਾਦਾਰ ਹੋ ਜੋ, ਇਹ ਤੁਹਾਨੂੰ ਚੈੱਕ ਕਰੇਗਾ, ਉਹ ਤੁਹਾਨੂੰ ਬਲੈਸ ਕਰੇਗਾ, ਉਹ ਤੁਹਾਨੂੰ ਚੈੱਕ ਕਰੇਗਾ, ਉਹ ਤੁਹਾਨੂੰ ਬਲੈਸ ਕਰਦਾ ਜਾਏਗਾ। ਜੋਰ ਨਾਲ ਬੋਲੋ ਹਾਲੇਲੂਇਆ ਹਾਲੇਲੂਇਆ। ਲੱਖਾਂ ਦੇ ਬੈੱਡ ਨੇ ਲੋਕਾਂ ਦੇ ਘਰਾਂ 'ਚ, ਕਰੋੜਾਂ ਅਰਬਾਂ ਖਰਬਾਂ ਦੇ ਮਾਲਕ ਨੇ, ਪਰ ਉਹ ਰਾਤ ਨੂੰ ਸੌਂਦੇ ਨਹੀਂ ਕਿਉਂਕਿ ਸ਼ਾਂਤੀ ਨਹੀਂ। ਤੇ ਪੈਸਾ ਕਦੀ ਸ਼ਾਂਤੀ ਨਹੀਂ ਦੇਗਾ, ਉਹ ਪੈਸਾ ਸ਼ਾਂਤੀ ਦੇਗਾ ਜਿਹੜਾ ਪਰਮੇਸ਼ਵਰ ਦੇ ਨਾਲ ਵਫਾਦਾਰੀ 'ਚ ਰਹਿ ਕੇ ਰਹੇਗਾ। ਜਿਹੜਾ ਪਰਮੇਸ਼ਵਰ ਦੇ ਨਾਲ ਵਫਾਦਾਰੀ 'ਚ ਰਹਿ ਕੇ ਪੈਸਾ ਆਏਗਾ, ਉਹ ਤੁਹਾਨੂੰ ਵਧਾਏਗਾ, ਬੇਚੈਨੀ ਦੂਰ ਕਰੇਗਾ, ਤੁਸੀਂ ਸ਼ਾਂਤੀ 'ਚ ਜੀਓਗੇ। ਸਮਝ ਆ ਰਹੀ ਹੈ ਕਿ ਨਹੀਂ? ਪਰਮੇਸ਼ਵਰ ਦੇ ਲੋਕ ਨੇ ਬਹੁਤ ਬਲੈਸ ਨੇ। ਪੁਰਾਣੇ ਨਿਯਮ ਨੂੰ ਪੜ੍ਹ ਕੇ ਦੇਖੋ, ਕੋਈ ਮੁਕਾਬਲਾ ਹੀ ਨਹੀਂ ਪਰਮੇਸ਼ਵਰ ਦੇ ਲੋਕਾਂ ਦਾ। पढ़ के देखो दाऊद नु, अजूब नु, अब्राहम नु, सुलेमान नु, कोई मुकाबला नहीं। नॉर्मल सरकार डरती सी है परमेश्वर दे लोकां तो। सोचो सरकार एक बंदे तो डरे, कितना ब्लेस होएगा, कितना फाइनेंशियली ऊंचा होएगा वो बंदा। मतलब परमेश्वर ब्लेस करता है, पर ब्लेस करने तो पहले ਤੁਹਾਨੂੰ ਚੈੱਕ ਕਰਦਾ ਹੈ ਕਿ ਤੁਸੀਂ ਕਾਬਿਲ ਹੈਗੇ ਹੋ ਕਿ ਨਹੀਂ ਉਸ ਚੀਜ਼। ਹਾਲੇਲੂਇਆ ਹਾਲੇਲੂਇਆ। ਲੋਕਾਂ ਕੋਲ ਟਾਈਮ ਨਹੀਂ ਹੈ परमेश्वर, ਉਹਨਾਂ ਕੋਲ ਕੰਮ ਕਰਨ ਲਈ ਟਾਈਮ ਹੈਗਾ, ਬੱਚਿਆਂ ਲਈ ਟਾਈਮ ਆ, ਟੀਵੀ ਲਈ ਟਾਈਮ ਹੈ। ਜਦੋਂ ਪੁੱਛੋਗੇ ਪ੍ਰੇਅਰ ਕਰਦੇ, ਇਹਦੇ ਲਈ ਟਾਈਮ ਹੀ ਨਹੀਂ ਮਿਲਦਾ। ਕਿ ਨਹੀਂ ਮਿਲਦਾ? ਟਾਈਮ ਹੈ ਨਹੀਂ, ਸਮਾਂ ਨਹੀਂ ਮਿਲਦਾ। ਹਰ ਕੰਮ ਲਈ ਤੁਹਾਡੇ ਕੋਲ ਟਾਈਮ ਆ, ਪਰ ਜਿੰਨੇ ਤੁਹਾਨੂੰ ਤੰਦਰੁਸਤੀ ਦਿੱਤੀ ਆ, ਜਿੰਨੇ ਤੁਹਾਨੂੰ ਸਿਹਤ ਦਿੱਤੀ, ਸਭ ਕੁਝ ਦਿੱਤਾ, ਉਹਦੇ ਲਈ ਟਾਈਮ ਨਹੀਂ ਹੈ ਤੁਹਾਡੇ। ਜਿਹੜੀ ਚੀਜ਼ ਤੁਸੀਂ ਪਰਮੇਸ਼ਵਰ ਨੂੰ ਦਿੰਦੇ ਹੋ, ਤੁਸੀਂ ਕਿੰਨੇ ਗੁਣਾ ਦਿੰਦੇ ਹੋ, ਕਿੰਨੀ ਦਿੰਦੇ ਹੋ, ਤੁਹਾਡਾ ਦੇਣਾ ਦੱਸਦਾ ਤੁਸੀਂ ਪਰਮੇਸ਼ਵਰ ਨੂੰ ਕਿੰਨਾ ਪਿਆਰ ਕਰਦੇ ਹੋ। ਹਾਲੇਲੂਇਆ। वचन च पढ़ के देखो, लिखा परमेश्वर ने पूरे संसार का प्यार किया ते प्यार करके उन्हें अपना इकलौता पुत्र सारी दुनिया लिए दे दिता। प्यार दे करके और कोई कुछ सीगा कीमती पुत्र इकलौता सीगा, बाइबल में लिखा हो भी उन्हें पूरी दुनिया लिए दे दिता। हालेलुया। कि इकलौता सीगा, वो उन्हें पूरे संसार लिए, पूरी दुनिया लिए दे दिता, ताकि जेड़ा विश्वास करे नाश ना होवे, संदीपक जीवन पावे। याद रखो, परमेश्वर ने अपना प्यार शो किया अपना पुत्र दे के। ਤੁਹਾਡਾ ਦੇਣਾ ਦੱਸਦਾ ਤੁਸੀਂ ਕਿੰਨਾ ਲਵ ਕਰਦੇ ਹੋ ਪਰਮੇਸ਼ਵਰ ਨੂੰ। ਹਾਲੇਲੂਇਆ। ਚਾਹੇ ਤੁਹਾਡਾ ਪੈਸਾ ਹੈ, ਚਾਹੇ ਤੁਹਾਡਾ ਟਾਈਮ ਆ, ਚਾਹੇ ਤੁਸੀਂ ਪਰਮੇਸ਼ਵਰ ਲਈ ਕੰਮ ਕਰ ਰਹੇ ਹੋ, ਉਹ ਤੁਹਾਡਾ ਦੇਣਾ ਦੱਸਦਾ ਤੁਸੀਂ ਪਰਮੇਸ਼ਵਰ ਨੂੰ ਦਿੰਦੇ ਹੋ ਕਿ ਤੁਸੀਂ ਕਿੰਨਾ ਲਵ ਕਰਦੇ ਹੋ ਆਪਣੇ ਪਰਮੇਸ਼ਵਰ ਨੂੰ। ਜੋਰ ਨਾਲ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। लाइफ का सब तो पहला स्थान परमेश्वर ਨੂੰ ਦੇ ਦਿਓ। याद रखो कि बंदा यीशु से आगे पता की कहता, कहता प्रभु जी मैं स्वर्ग जाना चाहता। किथे? जो ना बोलो किथे? कहता जी मैं स्वर्ग च जाना है। कहता 10 हुक्म मानदा? कहता हां जी। कहता छोटा जाएगा? कहता तो ईमानदार है। कहता हले तेरे च एक गल दा घट है। कहता दसो जी। कहता जिन्ना कुछ तेरे को हैगा, तेरी प्रॉपर्टी धन जायदाद, कहता सारा कुछ बेच के किन्ना ਨੂੰ ਦੇ ਦੇ? कंगालां ਨੂੰ, गरीबां ਨੂੰ दे दे। बाइबल में लिखा बंदा दुखी हो गया, दुखी होया, बाइबल में लिखा वचन जेकर दुखी होके ते यीशु मसीह ਨੂੰ ਛੱਡ ਕੇ ਚਲਾ ਗਿਆ। ਕਹਿੰਦੇ ਜੀ ਸਵਰਗ ਚ ਜਾਣਾ ਤੇ ਸਾਰਾ ਧਨ ਦੌਲਤ ਜਿੰਨਾ
कुछ तेरे को अगर तुम गालियां दे दे गरीबां ਨੂੰ ਦੇ तो बंदा यीशु से छੱਡ के चला गया तो यीशु से अगले आता जब की कहते हाय ਉਹਨਾਂ ਦੇ ਜਿਹੜੇ ਧਨ ਦੇ ਕੀ ਕਰਦੇ ਨੇ ਆਸਰਾ ਕਰਦੇ ਨੇ ਕਹਿੰਦਾ स्वर्ग राज ਦੇ अधिकारी नहीं होंगे चले कहते प्रभु फिर कौन स्वर्ग जाऊगा कि धन ਦੇ बड़े लोगों को कहते नहीं कहते ਜਿਹੜੇ ਆਸਰਾ ਧਨ ਤੇ ਰੱਖਦੇ ਨੇ ਉਹ स्वर्ग ਚ ਨਹੀਂ ਜਾਣਗੇ ਹਾਲੇਲੂਇਆ ਤੁਸੀਂ ਡਿਪੈਂਡ ਕੀਤੇ ਹੋ ਆਪਣੇ ਪੈਸੇ ਤੇ ਜਾਂ ਪਰਮੇਸ਼ਵਰ ਤੇ अगर ਤੁਸੀਂ ਆਪਣੇ ਪੈਸੇ ਤੇ ਡਿਪੈਂਡ ਹੋ ਇਹਦਾ ਮਤਲਬ ਤੁਸੀਂ ਪਹਿਲਾ ਸਥਾਨ ਪੈਸੇ ਨੂੰ ਦਿੱਤਾ ਹੋਇਆ ਸਭ ਤੋਂ ਪਹਿਲਾ ਸਥਾਨ ਪਰਮੇਸ਼ਵਰ ਨੂੰ ਦਿਓ ਬਾਈਬਲ ਚ ਲਿਖਿਆ ਰਾਜ ਤੇ ਧਰਮ ਨੂੰ ਭਾਲੋ ਖੋਜੋ ਤੇ ਸਾਰੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹਾਲੇਲੂਇਆ ਹਾਲੇਲੂਇਆ ਸਮਝ ਆ ਰਹੀ ਹੈ ਇਸ ਬੰਦੇ ਦਾ ਧਨ ਤੇ ਆਸਰਾ ਸੀਗਾ ਉਹ ਸੋਚਦਾ ਹੋਏਗਾ ਕਿ ਜੇ ਮੈਂ ਸਾਰਾ ਕੁਝ ਦੇ ਦਿੰਦਾ ਮੈਂ ਰੋਟੀ ਕਿਉਂ ਖਾਣੀ ਹੈ मेरा रोटी पानी कितना चलेगा बाइबल से लिखो यीशु ने छाड़ के चला गया यीशु ने छाड़ के चला गया है उन्होंने स्वर्ग वाली देखा उन्होंने अपने धन वाला देखा तो बाइबल से लिखो यीशु ने छाड़ के चला गया चेक किया यीशु से कि स्वर्ग के लायक रहेगा कि नहीं अगर तुम स्वर्ग के लायक बनना चाहते हो बाइबल से लिखा है कि बंदा दुआ मांगने की सेवा नहीं कर सकता पहला कौन है परमेश्वर धरती का मालिक कौन है पैसा आज पैसे ਨੂੰ ਲੋਕ ਪੂਜਦੇ ਨੇ ਪੈਸੇ ਦੀ ਲੋਕ ਪੂਜਾ ਕਰਦੇ ਨੇ ਪਹਿਲਾ ਪਰਮੇਸ਼ਵਰ ਤੇ ਦੂਸਰਾ ਪੈਸਾ ਬਾਈਬਲ ਦੇ ਵਿੱਚ ਤੁਸੀਂ ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ਜਾਂ ਤੇ ਪਰਮੇਸ਼ਵਰ ਦੀ ਤੇ ਜਾਂ ਪੈਸੇ ਦੀ ਇੱਕੋ ਹੀ ਚੀਜ਼ ਤੁਹਾਡੀ ਜ਼ਿੰਦਗੀ 'ਚ ਅਹਿਮ ਹੋ ਸਕਦੀ ਹੈ ਜਾਂ ਤੇ ਪੈਸਾ ਤੇ ਜਾਂ ਪਰਮੇਸ਼ਵਰ ਹਾਲੇਲੂਇਆ कभी एक स्थान पे पैसा से परमेश्वर ने टेक सकते जब तुम परमेश्वर ने कहने करोगे पैसे ना प्यार करोगे जब पैसे ने कहने करोगे परमेश्वर ना प्यार करोगे डिपेंड तो करते जोर ना बोलो हालेलुया हालेलुया अपने खून बंद करो सब हाथ उठाओ बोलो परमेश्वर अपना अनुग्रह करो अपनी दया करो ताकि परमेश्वर मैं तेरे कमा दे ले मैं तेरे राज दे ले हमेशा खड़ा रहा परमेश्वर बोलो परमेश्वर मैं अपनी जिंदगी का पहला स्थान तन दे सकता बोलो परमेश्वर मैं डरता होया कंबदा होया ਤੁਹਾਡੇ ਕੋਲ ਆਉਣਾ और प्रार्थना करना परमेश्वर मैंने वफादारी वाला दिल दो मैंने आज्ञाकारी वाला दिल दो यीशु मसीह दे नाम च आमीन हालेलुया मैं पहला भी दसूंगा जी नॉलेज ਦੇ ਦੱਸਦਾ ਫਿਰ ਜਦੋਂ ਤੁਸੀਂ ਦਸਵਾਂ ਦਿੰਦੇ ਹੋ ਦਸਵਾਂ ਹਿੱਸਾ ਆਪਣੀ ਕਮਾਈ ਦਾ ਜਿਹੜੇ 10 ਅੰਕਿਆ ਬਾਈਬਲ ਦੇ ਵਿੱਚ ਬੜੀ ਵਾਰ ਦਾ ਜ਼ਿਕਰ ਕੀਤਾ ਗਿਆ ਜਦੋਂ ਆਪਾਂ ਬਾਈਬਲ ਨੂੰ ਪੜ੍ਹਦੇ ਆ ਜਿਹੜੇ 10 ਅੰਕ ਬਾਈਬਲ ਤੇ ਲਿਖੇ ਹੋ ਬਹੁਤ ਵਾਰ ਪਰਮੇਸ਼ਵਰ ਨੇ ਜ਼ਿਕਰ ਕੀਤਾ 10 ਅੰਕ ਦਾ ਜਦੋਂ ਇਸਰਾਇਲ ਨੂੰ ਮਿਸਰੀਆਂ ਦੀ ਗੁਲਾਮੀ ਚੋਂ ਕੱਢਣਾ ਤੇ ਕਿੰਨੀਆਂ ਬਾਵਾ ਭੇਜੀਆਂ ਪਰਮੇਸ਼ਵਰ ਨੇ ਕਿੰਨੀਆਂ ਬਾਵਾ 10 ਬਾਵਾ ਭੇਜੀਆਂ 10 ਬਾਵਾ ਭੇਜ ਉਹਨਾਂ ਨੂੰ ਚੈੱਕ ਕੀਤਾ ਇਸਰਾਇਲੀਆਂ ਨੇ ਜਦੋਂ ਆਪਾਂ ਬਾਈਬਲ ਨੂੰ ਪੜ੍ਹਦੇ ਆ ਤੇ ਯਾਕੂਬ ਦੀ ਜਿਹੜੀ ਤੁਹਾਨੂੰ ਖਾਸ ਸੀ ਕਿੰਨੀ ਵਾਰ ਬਦਲੀ ਗਈ ਬੋਲੋ ਕਿੰਨੀ ਵਾਰ 10 ਬਾਰ ਨੂੰ ਚੈੱਕ ਕੀਤਾ ਗਿਆ ਜਦੋਂ ਆਪਾਂ ਬਾਈਬਲ ਨੂੰ ਪੜ੍ਹਦੇ ਆ ਮੱਤੀ 25 ਚ ਕਿੰਨੀਆਂ ਕੁਆੜੀਆਂ ਦਾ ਜ਼ਿਕਰ ਕੀਤਾ ਗਿਆ 10 ਕੁਆੜੀਆਂ ਜਦੋਂ ਆਪਾਂ ਵਚਨ ਚ ਪੜ੍ਹਦੇ ਆ ਦਾਨੀਏਲ ਨੂੰ ਦਾਲ ਤੇ ਰੋਟੀ ਦੇ ਕੇ ਕਿੰਨੇ ਦਿਨਾਂ ਤੱਕ ਚੈੱਕ ਕੀਤਾ ਗਿਆ 10 ਦਿਨਾਂ ਤੱਕ ਬਾਈਬਲ ਚ ਲਿਖਿਆ ਹੈ ਧਰਮੀ ਕਿੰਨੇ ਦਿਨਾਂ ਤੱਕ ਬੇਬੇਤਾ ਰਹੇਗੀ 10 ਦਿਨਾਂ ਤੱਕ ਜਦੋਂ ਯਿਸੂ ਮਸੀਹ ਨੇ ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਦੋ ਫਟੀਆਂ ਦਿੱਤੀਆਂ ਤੇ ਕਿੰਨੇ ਹੁਕਮ ਸੀਗੇ 10 ਹੁਕਮ ਜਦੋਂ ਜੰਗਲ ਚ ਇਸਰਾਇਲ ਨੇ ਨਿਕਲੇ ਸੀ ਕਿੰਨੀ ਵਾਰ ਪਰਮੇਸ਼ਵਰ ਨੇ ਇਸਰਾਇਲ ਨੂੰ ਚੈੱਕ ਕੀਤਾ 10 ਵਾਰ ਹਾਲੇਲੂਇਆ ਹਾਲੇਲੂਇਆ 10 ਅੰਕ ਦਾ ਬਾਈਬਲ ਚ ਬਹੁਤ ਵਾਰ ਜ਼ਿਕਰ ਕੀਤਾ ਗਿਆ ਇਸੇ ਕਰਕੇ ਲਿਖਿਆ ਕਿ 10ਵਾਂ ਹਿੱਸਾ ਪਰਮੇਸ਼ਵਰ ਤੁਹਾਨੂੰ ਚੈੱਕ ਕਰਦਾ ਹੈ ਕਿ ਤੁਸੀਂ ਪਰਮੇਸ਼ਵਰ ਨਾਲ ਵਫਾਦਾਰ ਹੈਗੇ ਹੋ ਕਿ ਨਹੀਂ अगर ਤੁਸੀਂ ਵਫਾਦਾਰ ਹੋ ਤੁਸੀਂ ਆਪਣੇ 10ਵੇਂ ਹਿੱਸੇ ਚ ਪਰਮੇਸ਼ਵਰ ਨਾਲ ਵਫਾਦਾਰ ਹੋ ਤੁਹਾਨੂੰ ਚੈੱਕ ਕਰੇਗਾ ਤੁਹਾਡੀ ਵਫਾਦਾਰੀ ਨੂੰ ਪਰਮੇਸ਼ਵਰ ਫਲਵੰਤ ਕਰੇਗਾ ਜੋ ਆਨੰਦ ਹਾਲੇਲੂਇਆ ਹਾਲੇਲੂਇਆ ਅੱਜ ਲੋਕ ਪਤਾ ਕੀ ਕਰ ਰਹੇ ਨੇ ਪਰਮੇਸ਼ਵਰ ਨੂੰ ਯੂਜ਼ ਕਰਦੇ ਨੇ
ਕੀ ਕਰਦੇ ਨੇ ਬੋਲੋ, ਵਰਤਦੇ ਨੇ, ਇਸਤੇਮਾਲ ਕਰਦੇ ਨੇ। ਕਿੱਦਾਂ ਕਰਦੇ ਨੇ? ਜਦੋਂ ਬੰਦਾ ਬਿਮਾਰੀ ਚ ਆ ਨਾ, ਉਹਨੇ ਹਰ ਸੰਡੇ ਚਰਚ ਜਾਣਾ। ਜੇ ਪਾਸਟਰ ਨੇ ਕਹਿ ਦੇਣਾ ਨਾ ਕਿ ਲੈ ਆ ਨਹੀਂ ਆਏਗੀ, ਉਹਨੇ ਟਾਈਮ ਨਾਲ ਆ ਜਾਣਾ। ਨਹੀਂ ਅੱਜ ਕਿਉਂ ਨਹੀਂ ਆ, ਮੈਂ ਟਾਈਮ ਨਾਲ ਆ ਕੇ ਬਹਿ ਜਾਣਾ ਕਿ ਅੱਜ ਨਹੀਂ ਹੋ ਸਕਦਾ, ਅੱਜ ਮੇਰਾ ਛੁਟਕਾਰਾ ਹੋ ਜੇ। ਪਰ ਜਿੱਦਾਂ ਹੀ ਠੀਕ ਹੋ ਗਿਆ ਫਿਰ ਚਰਚ ਚ ਨਹੀਂ ਪਏਗਾ। ਇਹਦਾ ਮਤਲਬ ਉਹਨੇ ਪਰਮੇਸ਼ਰ ਨੂੰ ਕੀ ਕੀਤਾ ਆ, ਇਸਤੇਮਾਲ ਕੀਤਾ, ਯੂਜ਼ ਕੀਤਾ। ਲੋਕ ਯੂਜ਼ ਕਰਦੇ ਨੇ ਪਰਮੇਸ਼ਰ। ਬਹੁਤ ਸਾਰੇ ਲੋਕ ਚਰਚ ਵਿੱਚ ਨਹੀਂ ਆ, ਕਾਰਨ ਕੀ? ਕਿਉਂਕਿ ਉਹਨਾਂ ਯੂਜ਼ ਕੀਤਾ। ਜਦੋਂ ਚੰਗਿਆਈ ਮਿਲੀ, ਹੀਲਿੰਗ ਮਿਲੀ, ਉਹ ਛੱਡ ਕੇ ਚਲੇ ਗਏ। ਉਹਨਾਂ ਯੂਜ਼ ਕੀਤਾ ਪਰਮੇਸ਼ਰ। ਤੇ ਜਿਹੜਾ ਬੰਦਾ ਯੂਜ਼ ਕਰਦਾ ਹੈ ਪਰਮੇਸ਼ਰ ਦੇ ਕੋਲੋਂ ਕੁਝ ਨਹੀਂ ਲੈ ਸਕਦਾ। ਇੱਕ ਟਾਈਮ ਤੋਂ ਹੀਲ ਹੋ ਸਕਦਾ ਹੈ, ਪਰ ਪ੍ਰੋਬਲਮ ਦੁਬਾਰਾ ਆਏਗੀ, 7 ਗੁਣਾ ਵੱਧ ਜਾਏਗੀ। ਬਾਈਬਲ ਫਰਮਾਨ ਕਰਦੀ ਹੈ। ਹਾਲੇਲੂਇਆ, ਹਾਲੇਲੂਇਆ। ਵਫਾਦਾਰ ਬਣੋ ਪਰਮੇਸ਼ਰ ਦੇ ਨਾਲ, ਆਗਿਆਕਾਰੀ ਕਰੋ ਪਰਮੇਸ਼ਰ ਦੀ, ਉਹ ਤੁਹਾਨੂੰ ਬਹੁਤ ਫਲ ਮਿਲੇਗਾ। ਹਾਲੇਲੂਇਆ, ਹਾਲੇਲੂਇਆ। ਪੁਰਾਣੇ ਨਿਯਮ ਦਾ ਸਭ ਤੋਂ ਵੱਡਾ ਨਿਯਮ ਇਹ ਸੀਗਾ ਕਿ ਜਦੋਂ ਮੇਰੇ ਭਵਨ ਚ ਮੇਰੇ ਬੇਟੀ ਆਉਣਾ ਆ ਤੇ ਖਾਲੀ ਹੱਥ ਨਹੀਂ ਆਉਣਾ। ਕਹਿੰਦਾ ਜੇ ਤੂੰ ਗਰੀਬ ਆ ਤੇ ਕਬੂਤਰਾਂ ਦੇ ਜੋੜੇ, ਆਪਣੀ ਹਾਲਾਤਾਂ ਦੀ ਸਿਚੁਏਸ਼ਨ ਦੇ ਸਾਹਮਣੇ ਇਹ ਤੂੰ ਠੀਕ ਠਾਕ ਆ, ਤੂੰ ਲੈ ਛਤਰੇ, ਬਹੁਤ ਕੁਝ ਹੁੰਦਾ ਸੀ ਜਦੋਂ ਬਲੀਆਂ ਚੁਣਦੇ ਸੀ। ਹੁੰਦਾ ਹੈ ਕਿ ਨਹੀਂ? ਕਹਿੰਦਾ ਪਰ ਖਾਲੀ ਹੱਥ ਨਹੀਂ ਆਉਣਾ। ਤੇਰੇ ਹੱਥ ਚ ਕੁਝ ਨਾ ਕੁਝ ਹੋਵੇ, ਕਿਉਂਕਿ ਜੋ ਤੇਰੇ ਹੱਥ ਚ ਹੋਏਗਾ ਮੈਂ ਲਵਾਂਗਾ, ਬੀਜਾਂਗਾ, ਤੋ ਹੀ ਫਲਵੰਤ ਹੋਏਗਾ। ਹਾਲੇਲੂਇਆ। ਪਰਮੇਸ਼ਰ ਦੇ ਵੱਲੋਂ ਬੀਜ ਨਿਕਲੂਗਾ, ਬੀਜ ਤੁਸੀਂ ਦੇਣਾ ਹੈ। ਜਦੋਂ ਬੀਜੋਗੇ ਉਹ ਫਲਵੰਤ ਹੋਏਗਾ। ਸਮਝ ਆ ਰਹੀ ਗੱਲ ਕਿ ਨਹੀਂ? जोर से बोलो हालेलुया, हालेलुया। वफादार हो परमेश्वर।